ਤਾਂ ਗੱਲਬਾਤ ਹੋ ਰਹੀ ਹੈ 6ਵੇਂ ਦੌਰ ਦੀ ਕਿਸਾਨਾਂ ਦੀ ਅੱਜ ਕੇਂਦਰ ਸਰਕਾਰ ਦੇ ਨਾਲ 6ਵੇਂ ਦੌਰ ਦੀ ਗੱਲਬਾਤ ਤੋਂ ਕੀ ਉਮੀਦਾਂ ਨੇ 6ਵੇਂ ਦੌਰ ਦੀ ਗੱਲਬਾਤ ਦੇ ਵਿੱਚ ਕੀ ਨਿਕਲ ਕੇ ਆਏਗਾ ਸਭ ਦੀਆਂ ਨਜ਼ਰਾਂ ਨੇ ਇਸ ਵੇਲੇ ਪੰਜਾਬ ਦੇ ਘਰ-ਘਰ 'ਚ ਹਰਿਆਣਾ ਦੇ ਘਰ-ਘਰ 'ਚ ਹੋਰ ਸੂਬਿਆਂ ਦੇ ਵਿੱਚ ਲੋਕ ਇਸ ਮੀਟਿੰਗ ਤੇ ਨਜ਼ਰਾਂ ਗੱਡ ਕੇ ਬੈਠੇ ਨੇ ਕਿ ਕੀ ਇਸ ਦੇ ਵਿੱਚ ਫੈਸਲਾ ਹੋਏਗਾ ਕੀ ਸਰਕਾਰ ਉਹਨਾਂ ਦੀ ਗੱਲ ਮੰਨੇਗੀ 6ਵੇਂ ਦੌਰ ਦੀ ਗੱਲਬਾਤ ਹੈ। ਇਸ ਤੋਂ ਪਹਿਲਾਂ 5 ਦੌਰ ਗੱਲਬਾਤ ਹੋਈ ਹੈ, 5 ਵਾਰੀ ਗੱਲਬਾਤ ਬੇਸਿੱਟਾ ਰਹੀ। ਉਸ ਤੋਂ ਬਾਅਦ ਇੱਕ ਖੜੋਤ ਆ ਗਈ, ਇੱਕ ਡੈਡਲੌਕ ਆ ਗਿਆ ਤੇ ਅੱਜ ਉਹ ਡੈਡਲੌਕ ਟੁੱਟਿਆ ਹੈ ਜ਼ਰੂਰ ਗੱਲਬਾਤ ਦਾ। ਗੱਲਬਾਤ ਅੱਗੇ ਵਧੀ ਹੈ। ਕੇਂਦਰ ਦੇ ਮੰਤਰੀ ਪਹੁੰਚ ਚੁੱਕੇ ਨੇ, ਨਰਿੰਦਰ ਸਿੰਘ ਤੋਮਰ ਖੇਤੀਬਾੜੀ ਮੰਤਰੀ, ਉਸ ਤੋਂ ਇਲਾਵਾ ਪਿਊਸ਼ ਗੋਇਲ ਜਿਹੜੇ ਰੇਲ ਮੰਤਰੀ ਨੇ, ਰਾਜ ਮੰਤਰੀ ਨੇ ਪੰਜਾਬ ਦੇ ਸੋਮ ਪ੍ਰਕਾਸ਼ ਜਿਹੜੇ ਪੰਜਾਬ ਕੈਡਰ ਦੇ ਨੇ, ਉਹ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ। ਸੋ 6ਵੇਂ ਦੌਰ ਦੀ ਗੱਲਬਾਤ ਚੱਲ ਰਹੀ ਹੈ। ਹਾਲਾਂਕਿ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਬਹੁਤੀ ਉਮੀਦ ਨਹੀਂ ਹੈ ਇਸ ਮੀਟਿੰਗ ਤੋਂ, ਪਰ ਕੇਂਦਰ ਸਰਕਾਰ ਦੇ ਮੰਤਰੀ ਜਿਸ ਤਰੀਕੇ ਨਾਲ ਕਹਿ ਰਹੇ ਨੇ ਜਾਂ ਦਾਅਵੇ ਕਰ ਰਹੇ ਨੇ, ਕੱਲ ਸ਼ਾਮ ਨੂੰ ਵੀ ਇੱਕ ਲੰਬਾ ਚੌੜਾ ਮੰਥਨ ਹੋਇਆ ਹੈ। ਅਮਿਤ ਸ਼ਾਹ ਹੋਰਾਂ ਦੇ ਨਾਲ ਮੀਟਿੰਗ ਹੋਈ ਹੈ ਕੇਂਦਰੀ ਮੰਤਰੀਆਂ ਦੀ। ਹੋ ਸਕਦਾ ਹੈ ਕੇਂਦਰ ਸਰਕਾਰ ਨੇ ਕੋਈ ਸਟ੍ਰੈਟਜੀ ਪਲਾਨ ਕੀਤੀ ਹੋਵੇ ਕਿ ਪਹਿਲਾਂ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗੇ, ਜੇ ਨਾ ਮੰਨੇ ਤਾਂ ਫਿਰ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਰੋਹਿਤ ਬੰਸਲ ਸਾਡੇ ਸਹਿਯੋਗੀ ਲਗਾਤਾਰ ਸਵੇਰ ਤੋਂ ਡਟੇ ਹੋਏ ਨੇ, ਪਲ ਪਲ ਦੀ ਅਪਡੇਟ ਵਿਗਿਆਨ ਭਵਨ ਤੋਂ। ਰੋਹਿਤ, ਹਾਲਾਂਕਿ ਮੀਟਿੰਗ ਹਲੇ ਲੰਬੀ ਚੱਲਣੀ ਹੈ, ਬਹੁਤ ਕਿਸਾਨਾਂ ਨਾਲ ਤੁਸੀਂ ਗੱਲਬਾਤ ਕੀਤੀ ਹੈ, ਉਮੀਦਾਂ ਦੀ ਗੱਲ ਵੀ ਹੋਈ ਹੈ, ਨਾ ਉਮੀਦੀ ਦੀ ਗੱਲ ਵੀ ਹੋਈ ਹੈ। ਬਹੁਤ ਸਾਰਿਆਂ ਨੇ ਕਿਹਾ ਕਿ ਸਾਨੂੰ ਕੋਈ ਉਮੀਦ ਨਹੀਂ ਹੈ ਇਸ ਮੀਟਿੰਗ ਤੋਂ, ਜਿਵੇਂ ਪਹਿਲੇ ਵਾਲੀਆਂ ਬੇਸਿੱਟਾ ਨੇ ਉਵੇਂ ਬੇਸਿੱਟਾ ਰਹਿ ਸਕਦੀ ਹੈ। ਪਰ ਜੋ ਗਤੀਵਿਧੀਆਂ ਚੱਲੀਆਂ ਨੇ, ਜੇ ਉਸ ਸੰਦਰਭ ਦੇ ਵਿੱਚ ਦੇਖੀਏ, ਜਿਵੇਂ ਕੱਲ ਸ਼ਾਮ ਨੂੰ ਅਮਿਤ ਸ਼ਾਹ ਹੋਰਾਂ ਦੇ ਨਾਲ ਮੀਟਿੰਗ ਹੋਈ, 3 ਮੰਤਰੀ ਬੈਠੇ, ਸੀਨੀਅਰ ਮੰਤਰੀ ਬੈਠੇ ਸਰਕਾਰ ਦੇ, ਔਰ ਉਸ ਤੋਂ ਬਾਅਦ ਅੱਜ ਮੀਟਿੰਗ ਦੇ ਵਿੱਚ ਪਹੁੰਚੇ ਨੇ। ਹੋ ਸਕਦਾ ਕਈ ਵਾਰੀ ਤੁਸੀਂ ਆਪਸ਼ਨਸ ਰੱਖੀਆਂ ਹੁੰਦੀਆਂ ਕਿ ਦੇਖੋ ਜੇ ਕਿਸਾਨਾਂ ਨੇ ਇਸ ਤਰੀਕੇ ਨਾਲ ਗੱਲ ਕੀਤੀ ਤਾਂ ਅਸੀਂ ਇਹ ਫੈਸਲਾ ਲੈ ਸਕਦੇ ਹਾਂ, ਜੇ ਇਸ ਤਰੀਕੇ ਨਾਲ ਨਾ ਮੰਨੇ ਤਾਂ ਇਹ ਫੈਸਲਾ ਲੈ ਸਕਦੇ ਹਾਂ। ਇਹ ਨਹੀਂ ਹੋ ਸਕਦਾ ਕਿ ਮੰਤਰੀ ਮੀਟਿੰਗ 'ਚ ਭੇਜ ਦਿੱਤੇ ਹੋਣ ਔਰ ਉਹਨਾਂ ਦੇ ਕੋਲੇ ਪਾਵਰ ਜ਼ੀਰੋ ਹੋਵੇ, ਫੈਸਲਾ ਲੈ ਹੀ ਨਾ ਸਕਦੇ ਹੋਣ। ਕੁਛ ਨਾ ਕੁਛ ਤੇ ਪਰਦੇ ਦੇ ਪਿੱਛੇ ਵੀ ਵਿਚਾਰਿਆ ਗਿਆ ਹੋਣਾ। जी बिल्कुल विजय, जेकर मैं गल करा अज की मीटिंग की सब तो पहली अपडेट न्यूज़ 18 पंजाब के जरिए असीं देन जा रहे हैं कि नरिंਦਰ तोमर ने सब तो पहली जो ऑफर दी किसानों को, उन्होंने कहा कि असीं तुहाडे नाल क्लॉज बाय क्लॉज गल करांगे। असीं उसे तरीके नाल शुरुआत करते हैं कि किते ना किते फिर तो उही गल की शुरुआत की गई है कि कानूनों के उत्ते चर्चा करते हैं। तो उन्होंने कहा कि जी कानूनों की इस मीटिंग की शुरुआत है क्लॉज बाय क्लॉज करी जाए, पर उस चीज़ का राज्यपाल ने इनकार कर दिता कि असीं तुहाडे नाल क्लॉज बाय क्लॉज गल नहीं करांगे। साडा सीधा मसला उत्थे अड़िया होया कि तुसीं इन्हां 3 कानूनों को रद्द करो। रद्द किस तरह करने, इस चीज़ को लैके असीं गलबात करने लई तैयार, पर कानूनों दे विच की कमियां ने की खामियां ने, ये तुहाडे नाल पिछले 5-4 मीटिंगां दे विच सब तय हो चुक्या। असीं कमियां तुहानूं दस चुके हैं, तुसीं बेशक उन्हां कमियां नूं सोधां दा रूप दे दित्ता। असीं तुहाडे नाल क्लॉज बाय क्लॉज गल नहीं करनी, असीं तुहानूं सीधियां मंगां लैके आए हैं कि यह कानून रद्द किए जाण, और कानून रद्द किस तरीके नाल कीते जाण उस चीज़ नूं लैके असीं तुहाडे नाल गलबात करांगे। और इस वक्त सोम प्रकाश जिहड़े केंद्री राज मंत्री ने, पंजाब दे मंत्री ने, और इस तो इलावा जिहड़े जगजीत सिंह डल्लेवाल, उन्हां दोनां दे विच इस वक्त डिस्कशन जारी है। दोनां दे विचकार आपस दे विच गलबात कीती जा रही है इन्हां कानूनां नूं ही लैके, जो हुण तक दी सब तो पहली अपडेट है। जी विजय जी, पहली अपडेट साडे सहयोगी रोहित दस रहे ने कि नरिंਦਰ तोमर खेतीबाड़ी मंत्री जिवें मीटिंग दे विच आए, उन्होंने सब तो पहला किसानों नूं यह कहा कि कानूनां ते क्लॉज बाय क्लॉज गलबात करदे हां। बलबीर सिंह राजेवाल ने तुरंत इनकार कर दिता। उन्होंने कहा कि 5 दौर की गलबात दे विच असीं क्लॉज बाय क्लॉज ही गलबात कीती है, और उस तो बाद ही सरकार ने सोधां ते हामी भरी सी, और उस तो बाद सरकार सोधां ते आ गई सी। पर हुण किसानां दी मंग यह है भी क्लॉज बाय क्लॉज गल नहीं करनी। जे तुसीं इन्हां कानूनां नूं रद्द करदे हो तो दसो किवें रद्द करोगे, उसकी प्रक्रिया की होगी, मोडैलिटीज़ की होणगीਆਂ, ਜਿਹੜੀਆਂ 4 सूत्री एजेंडा लिख के भेजा सी। रोहित लगातार सानू अपडेट दे रहे हैं। रोहित, ये बड़ी सुभाविक जी गल है कि जदों कोई मीटिंग शुरू हुंदी है, भावें सरकार सोच भी रही होवे उत्थों तक जाण दा, पर वो एकदम मीटिंग च पहलां आके कदे नहीं कहणगे कि आउंदे जी हाँ जी असीं तैयार हैं और इन्हां नूं सस्पेंड कर दिंदे हैं। एक लंबी वार्ता, लंबी गलबात ते बड़ी सुभाविक गल है। जे आपां एक अपने जर्नलिस्टिक पॉइंट ऑफ व्यू दे नाल सोचीए या देखीए या गलबात करिए, ये आम मन्निया जांदा है कि जदों कोई भी फैसला होना हुंदा, 2 धिरां बहिंदियां ने, तां एकदम वो गल उसे मुद्दे ते नहीं आउंदी जिहड़ी एक धिर सीधा सीधा मंग रही होवे। हौली हौली चीज़ां बदलदियां ने। सो इस चीज़ नूं लै के ये मीटिंग इस हिसाब नाल हो सकता है कि अज थोड़ी लंबी चली जाए।
ਜੀ ਬਿਲਕੁਲ ਵਿਜੇ, ਜਿਸ ਤਰ੍ਹਾਂ ਤੁਸੀਂ ਬਹੁਤ ਲੰਮੇ ਸਮੇਂ ਤੋਂ ਰਾਜਨੀਤੀ ਨੂੰ ਕਵਰ ਕਰਦੇ ਆ ਰਹੇ ਹੋ ਔਰ ਪੰਜਾਬੀ ਦੇ ਵਿੱਚ ਕੁਝ ਸ਼ਬਦ ਮਸ਼ਹੂਰ ਨੇ ਕਿ ਆਪਾਂ ਕਹਿੰਦੇ ਆ ਕਿ ਚਲੋ ਬੰਦੇ ਨੂੰ ਟੋਕੇ ਦੇਖ ਲੈਣੇ। ਟੋਨ ਦਾ ਮਤਲਬ ਹੈ ਕਿ ਬੰਦਾ ਕਿੱਥੋਂ ਤੱਕ ਥੱਲੇ ਆ ਸਕਦਾ ਹੈ ਜਾਂ ਕਿੱਥੋਂ ਤੱਕ ਪਿੱਛੇ ਹਟ ਸਕਦਾ ਜਾਂ ਕਿੱਥੋਂ ਤੱਕ ਅੱਗੇ ਵੱਧ ਸਕਦਾ। ਉਹੀ ਕੋਸ਼ਿਸ਼ ਕਿਤੇ ਨਾ ਕਿਤੇ ਇਸ ਮੀਟਿੰਗ ਵਿੱਚ ਵੀ ਕੀਤੀ ਜਾਏਗੀ ਕਿ ਜਿਹੜਾ ਕੇਂਦਰ ਹੈ, ਕੇਂਦਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਟੋਕੇ ਦੇਖਿਆ ਜਾਏਗਾ ਕਿ ਪੰਜਾਬ ਦੇ ਕਿਸਾਨ ਕਿਹੜੀਆਂ ਮੰਗਾਂ ਤੇ ਕਿੰਨਾ ਪਿੱਛੇ ਹਟਣ ਨੂੰ ਤਿਆਰ ਹੈ ਔਰ ਕੇਂਦਰ ਸਰਕਾਰ ਕਿਹੜੀਆਂ ਮੰਗਾਂ ਤੇ ਅੱਗੇ ਵੱਧ ਕੇ ਫੈਸਲੇ ਲੈ ਸਕਦੀ ਹੈ। ਸੋ ਸ਼ੁਰੂਆਤੀ ਦੌਰ ਦੀ ਜਿਹੜੀ ਮੀਟਿੰਗ ਹੈ ਇਸ ਦੇ ਵਿੱਚ ਉਹੀ ਅਸੀਂ ਜਿਹੜੀ ਇੱਕ ਦੇਸੀ ਭਾਸ਼ਾ ਦਾ ਇਸਤੇਮਾਲ ਕੀਤਾ ਕਿ ਟੋਕੇ ਦੇਖ ਰਹੇ ਆ ਕਿ ਕਿਸਾਨ ਕਿੱਥੇ ਜੇ ਆ ਕੇ ਇਸ ਮਸਲੇ ਦਾ ਹੱਲ ਕੱਢ ਸਕਦੇ ਔਰ ਉਹੀ ਗੱਲ ਹੋਈ ਕਿ ਜਿਹੜੀ ਸ਼ੁਰੂਆਤੀ ਗੱਲ ਸ਼ੁਰੂ ਕੀਤੀ ਕਿ ਚਲੋ ਜੀ ਇੱਕ ਕਲੌਜ਼ ਤੇ ਗੱਲ ਕਰਦੇ ਆ, ਕਿਉਂਕਿ ਤਿੰਨੇ ਕਾਨੂੰਨਾਂ ਨੂੰ ਜੇਕਰ ਗੱਲ ਕੀਤੀ ਜਾਵੇ ਤਾਂ ਤਿੰਨੇ ਕਾਨੂੰਨਾਂ ਤੇ ਜਿਹੜੀ ਪਿਛਲੀ ਮੀਟਿੰਗ ਸੀ ਤਾਂ ਉਸ ਦੇ ਵਿੱਚ ਇੱਕ ਕਲੌਜ਼ ਟੂ ਕਲੌਜ਼ ਦੀ ਗੱਲ ਹੋਈ ਸੀਗੀ। ਸਭ ਤੋਂ ਸ਼ੁਰੂਆਤੀ ਦੌਰ ਦੇ ਵਿੱਚ ਤਿੰਨੇ ਕਾਨੂੰਨਾਂ ਦੇ ਵਿੱਚ 9 ਕਮੀਆਂ ਗਿਣਵਾਈਆਂ ਗਈਆਂ ਸੀ ਔਰ ਉਸ ਤੋਂ ਇਲਾਵਾ ਹਰ ਕਾਨੂੰਨ ਦੇ ਵਿੱਚ ਕੁਝ ਅਲੱਗ ਤੋਂ ਕਮੀਆਂ ਗਿਣਵਾਈਆਂ ਗਈਆਂ ਸੀ। APMC ਮੰਡੀਆਂ ਵਾਲੇ ਕਾਨੂੰਨ ਦੇ ਵਿੱਚ ਕਰੀਬ 17 ਕਮੀਆਂ ਦੱਸੀਆਂ ਗਈਆਂ ਸੀ। ਕੰਟਰੈਕਟ ਫਾਰਮਿੰਗ ਦੇ ਵਿੱਚ ਕਰੀਬ 8 ਕਮੀਆਂ ਦੱਸੀਆਂ ਗਈਆਂ ਸੀ ਔਰ ਜਿਹੜਾ ਸੋਸ਼ਲ ਕਮੋਡਿਟੀ ਐਕਟ ਹੈਗਾ ਉਸ ਦੇ ਵਿੱਚ ਕਰੀਬ 9 ਕਮੀਆਂ ਦੱਸੀਆਂ ਗਈਆਂ ਸੀ। ਸੋ ਇਸ ਤਰ੍ਹਾਂ ਹਰ ਕਾਨੂੰਨ ਦੇ ਵਿੱਚ ਕੁੱਲ 15 ਤੋਂ ਲੈ ਕੇ 27 ਕਮੀਆਂ ਦੱਸੀਆਂ ਗਈਆਂ ਸੀ ਔਰ ਉਸ ਦੇ ਵਿੱਚ ਪੂਰੀ ਗੱਲ ਕਲੌਜ਼ ਟੂ ਕਲੌਜ਼ ਹੀ ਹੋਈ ਸੀ। ਤਾਂ ਉਸ ਤੋਂ ਬਾਅਦ ਹੀ ਲਗਾਤਾਰ ਉਸ ਚੀਜ਼ ਨੂੰ ਕੇਂਦਰ ਨੇ ਕਿਹਾ ਸੀ ਕਿ ਜਿਹੜੀਆਂ ਤੁਸੀਂ ਕਮੀਆਂ ਗਿਣਾਈਆਂ ਇਹਨਾਂ ਕਮੀਆਂ ਨੂੰ ਅਸੀਂ ਵਿਚਾਰ ਕਰਦੇ ਹੋਏ ਇਸ ਚੀਜ਼ ਤੇ ਸੋਧ ਕਰਨ ਲਈ ਤਿਆਰ ਹਾਂ। ਕਿਸਾਨਾਂ ਦਾ ਜਵਾਬ ਸੀ ਕਿ ਅਸੀਂ ਤੁਹਾਨੂੰ ਕਮੀਆਂ ਸੋਧ ਦੇ ਲਈ ਨਹੀਂ ਗਿਣਾਈਆਂ, ਬਲਕਿ ਅਸੀਂ ਇਹ ਦੱਸ ਰਹੇ ਹਾਂ ਕਿ ਤੁਹਾਡੇ ਬਿੱਲਾਂ ਵਿੱਚ ਇੰਨੀਆਂ ਕਮੀਆਂ ਨੇ, ਇਸ ਕਰਕੇ ਅਸੀਂ ਇਹ ਬਿੱਲਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਾਂ ਔਰ ਇਹਨਾਂ ਸੋਧਾਂ ਦੇ ਨਾਲ ਇਹ ਕੰਮ ਚੱਲਣ ਵਾਲਾ ਨਹੀਂ ਆ। ਸੋ ਉਸੇ ਹੀ ਚੀਜ਼ ਦੀ ਸ਼ੁਰੂਆਤ ਇੱਕ ਵਾਰ ਫਿਰ ਤੋਂ ਕੇਂਦਰ ਵੱਲੋਂ ਕੀਤੀ ਗਈ ਕਿ ਕਲੌਜ਼ ਟੂ ਕਲੌਜ਼ ਗੱਲ ਕੀਤੀ ਜਾਵੇ। ਕਾਨੂੰਨ ਦੇ ਪਹਿਲੇ ਵਰਕੇ ਤੋਂ ਲੈ ਕੇ ਅਖੀਰਲੇ ਵਰਕੇ ਤੱਕ ਆਪਾਂ ਇੱਕ ਪੈਰੇ ਨੂੰ ਲੈ ਕੇ ਜਾਂ ਇੱਕ ਪੁਆਇੰਟ ਤੇ ਆਪਾਂ ਚਰਚਾ ਕਰਦੇ ਹਾਂ ਔਰ ਜਿਹੜੇ ਪੁਆਇੰਟਾਂ ਤੋਂ ਇਤਰਾਜ਼ ਆ ਉਸ ਚੀਜ਼ ਦੇ ਨਾਲ ਦੇਖੀ ਜਾਏਗਾ। ਕਿਤੇ ਨਾ ਕਿਤੇ ਫੇਰ ਲੱਗ ਰਿਹਾ ਕਿ ਕੇਂਦਰ ਵੱਲੋਂ ਇੱਕ ਸੋਧ ਕਰਨ ਦੀ ਜਿਹੜੀ ਆਫਰ ਆ ਉਹ ਕਿਸਾਨਾਂ ਨੂੰ ਦਿੱਤੀ ਗਈ ਹੈ, ਪਰ ਕਿਸਾਨਾਂ ਨੇ ਜਿੱਦਾਂ ਹੀ ਕਲੌਜ਼ ਟੂ ਕਲੌਜ਼ ਗੱਲ ਕਰਨ ਦੀ ਗੱਲ ਆਈ ਕਿਸਾਨਾਂ ਨੇ ਉਸ ਨੂੰ ਸ਼ੁਰੂਆਤੀ ਦੌਰ 'ਚ ਹੀ ਰੱਦ ਕਰ ਦਿੱਤਾ ਕਿ ਅਸੀਂ ਕਲੌਜ਼ ਟੂ ਕਲੌਜ਼ ਤੁਹਾਡੇ ਨਾਲ ਗੱਲ ਨਹੀਂ ਕਰਾਂਗੇ, ਅਸੀਂ ਕਾਨੂੰਨ ਰੱਦ ਕਰਾਉਣ ਲਈ ਤੁਹਾਡੇ ਨਾਲ ਮੀਟਿੰਗ ਕਰਨ ਆਏ ਹਾਂ ਔਰ ਕਾਨੂੰਨ ਰੱਦ ਕਰਾਉਣ ਦੇ ਲਈ ਹੀ ਤੁਹਾਡੇ ਨਾਲ ਗੱਲਬਾਤ ਕੀਤੀ ਜਾਏਗੀ। ਹਾਂ, ਇਸ ਚੀਜ਼ ਲਈ ਸਾਨੂੰ ਭਾਵੇਂ 2 ਦਿਨ ਇੱਥੇ ਤੁਹਾਡੇ ਨਾਲ ਮੀਟਿੰਗ ਲਗਾਤਾਰ ਜਾਰੀ ਰੱਖਣੀ ਪਵੇ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀਆਂ ਵਿਧੀਆਂ ਕੀ ਹੋਣਗੀਆਂ ਉਸ ਚੀਜ਼ ਨੂੰ ਲੈ ਕੇ ਅਸੀਂ ਚਰਚਾ ਕਰਾਂਗੇ। ਔਰ ਫਿਲਹਾਲ ਜੋ ਲਾਸਟ ਅਪਡੇਟ ਸਾਨੂੰ ਮਿਲ ਰਹੀ ਸੀ ਉਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਔਰ ਸੋਮ ਪ੍ਰਕਾਸ਼ ਦੇ ਵਿੱਚ ਗੱਲਬਾਤ ਚੱਲ ਰਹੀ ਸੀ। ਕਿਤੇ ਨਾ ਕਿਤੇ ਸੋਮ ਪ੍ਰਕਾਸ਼ ਕਿਉਂਕਿ ਪੰਜਾਬ ਦੇ ਨੇ, ਇਸ ਕਰਕੇ ਪੰਜਾਬ ਦੇ ਜਥੇਬੰਦੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਆਪਾਂ ਇੱਕ ਵਾਰ ਕਲੌਜ਼ ਟੂ ਕਲੌਜ਼ ਗੱਲ ਕਰੀਏ, ਪਰ ਦੂਜੇ ਪਾਸੇ ਜਥੇਬੰਦੀਆਂ ਇਸ ਚੀਜ਼ ਨੂੰ ਲੈ ਕੇ ਵਾਜਿਦ ਨੇ ਕਿ ਜਿੰਨੀ ਦੇਰ ਤੱਕ ਤੁਸੀਂ ਇਸ ਚੀਜ਼ ਦੀ ਸ਼ੁਰੂਆਤ ਨਹੀਂ ਕਰੋਗੇ ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਦੇ। ਜੀ ਵਿਜੇ। ਤਾਂ ਬੜਾ ਇੱਕ ਸਟੀਕ ਵਰਡ ਤੁਸੀਂ ਇਸਤੇਮਾਲ ਕੀਤਾ ਹੈ ਰੋਹਿਤ, ਕੇ ਟੋਕੇ ਦੇਖਿਆ ਜਾਂਦਾ ਜਦੋਂ ਇਹੋ ਜੀਆਂ ਮੀਟਿੰਗਾਂ ਹੁੰਦੀਆਂ ਨੇ, ਭਾਵੇਂ ਸਰਕਾਰਾਂ ਨੇ ਅੰਦਰ ਖਾਤੇ ਆਪਣੀ ਰਣਨੀਤੀ ਬਣਾਈ ਵੀ ਹੋਵੇ, ਕੁਝ ਨਾ ਕੁਝ ਸੋਚਿਆ ਵੀ ਹੋਵੇ। ਇਹ ਅਸੀਂ ਸਿਰਫ ਇੱਕ ਕਿਆਸ ਰਾਈਆਂ ਲਗਾ ਸਕਦੇ ਹਾਂ ਕਿਉਂਕਿ ਮੀਟਿੰਗ ਦੇ ਅੰਦਰ ਕੀ ਚੱਲ ਰਿਹਾ ਜਾਂ ਥੋੜੀ ਬਹੁਤ ਜਿੰਨੀ ਵੀ ਅਪਡੇਟ ਸਾਡੇ ਸੋਰਸਿਸ ਦੇ ਦੁਆਰਾ ਦਰਸ਼ਕਾਂ ਤੱਕ ਅਸੀਂ ਪਹੁੰਚਾ ਸਕਦੇ ਹਾਂ ਅਸੀਂ ਪਹੁੰਚਾ ਰਹੇ ਹਾਂ। ਵਿਚਲੀ ਗੱਲ ਜਾਂ ਮੀਟਿੰਗ ਦੇ ਅੰਦਰਲੀ ਗੱਲ, ਜਿੰਨਾ ਚਿਰ ਇਹ ਮੀਟਿੰਗ ਚੱਲਦੀ ਰਹੇਗੀ ਸਾਡੇ ਪੱਤਰਕਾਰ ਉੱਥੇ ਮੌਜੂਦ ਨੇ, ਜਿਵੇਂ ਰੋਹਿਤ ਬਾਂਸਲ ਸਾਨੂੰ ਅਪਡੇਟ ਦੇ ਰਹੇ ਨੇ ਨਿਊਜ਼ 18 ਪੰਜਾਬ ਤੇ, ਅਸੀਂ ਦਰਸ਼ਕਾਂ ਨੂੰ ਲਗਾਤਾਰ ਇਹ ਅਪਡੇਟ ਦਿੰਦੇ ਰਵਾਂਗੇ ਮੀਟਿੰਗ ਦੇ ਵਿੱਚ ਮਿੰਟ ਟੂ ਮਿੰਟ ਕੀ ਹੋਇਆ, ਕੀ ਗੱਲਬਾਤ ਹੋਈ, ਇਸ ਵੇਲੇ ਕੀ ਗੱਲਬਾਤ ਚੱਲ ਰਹੀ ਹੈ। ਜਿਵੇਂ ਰੋਹਿਤ ਨੇ ਦੱਸਿਆ, ਇੱਕ ਵਾਰੀ ਫਿਰ ਉਸ ਨੂੰ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਕਿ ਜਦੋਂ ਖੇਤੀਬਾੜੀ ਮੰਤਰੀ ਨੇ ਜਿਹੜੇ ਉਹ ਪਹੁੰਚੇ ਨੇ ਮੀਟਿੰਗ ਦੇ ਵਿੱਚ ਔਰ ਮੀਟਿੰਗ ਦੀ ਸ਼ੁਰੂਆਤ ਖੇਤੀਬਾੜੀ ਮੰਤਰੀ ਵੱਲੋਂ ਕੀਤੀ ਗਈ ਔਰ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਕਿ ਇੱਕ ਵਾਰੀ ਆਪਾਂ ਕਾਨੂੰਨ ਤੇ ਕਲੌਜ਼ ਬਾਈ ਕਲੌਜ਼ ਗੱਲਬਾਤ ਕਰਦੇ ਆ, ਯਾਨੀ ਕਾਨੂੰਨ ਦੀਆਂ ਜਿਹੜੀਆਂ ਮਦਾਂ ਨੇ ਉਸ ਤੇ ਇੱਕ ਕਰਕੇ ਗੱਲਬਾਤ ਕਰਦੇ ਆ। ਪਰ ਤੁਰੰਤ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ, ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਕਹਿ ਦਿੱਤਾ ਕਿ ਅਸੀਂ ਬਹੁਤ ਗੱਲਾਂ ਬਾਤਾਂ ਕਰ ਚੁੱਕੇ ਹਾਂ ਕਲੌਜ਼ ਬਾਈ ਕਲੌਜ਼, ਅਸੀਂ ਹੋਰ ਗੱਲਾਂ ਬਾਤਾਂ ਕਾਨੂੰਨਾਂ ਤੇ ਨਹੀਂ ਕਰਨੀਆਂ। ਜਿਵੇਂ ਰੋਹਿਤ ਦੱਸ ਰਹੇ ਨੇ ਕਿ ਕਮੀਆਂ ਪਿਛਲੀਆਂ ਮੀਟਿੰਗਾਂ ਦੇ ਵਿੱਚ ਕਿਸਾਨਾਂ ਨੇ ਗਿਣਾਈਆਂ ਸੀ, ਤਿੰਨਾਂ ਕਾਨੂੰਨਾਂ ਦੇ ਵਿੱਚ ਅਲੱਗ-ਅਲੱਗ ਕਮੀਆਂ, ਕਿਸੇ ਕਾਨੂੰਨ 'ਚ 9, ਕਿਸੇ ਕਾਨੂੰਨ 'ਚ 8, ਕਿਸੇ ਕਾਨੂੰਨ 'ਚ 15। ਸੋ ਕਿਸਾਨਾਂ ਨੇ ਇਹ ਕਮੀਆਂ ਸਰਕਾਰ ਨੂੰ ਦੱਸਤੀਆਂ ਸੀ। ਉਸ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਅਸੀਂ ਇਹ ਕਮੀਆਂ ਠੀਕ ਕਰ ਦਿੰਨੇ ਆ, ਅਸੀਂ ਕਾਨੂੰਨਾਂ ਦੇ ਵਿੱਚ ਸੋਧ ਕਰ ਦਿੰਨੇ ਆ। ਪਰ ਕਿਸਾਨਾਂ ਨੇ ਬਾਅਦ 'ਚ ਇਹ ਲਾਈਨ ਲਈ ਕਿ ਜੇ ਇੰਨੀਆਂ ਕਮੀਆਂ ਨੇ ਔਰ ਸਰਕਾਰ ਇਹ ਮੰਨਦੀ ਹੈ ਕਿ ਅਸੀਂ ਇਹਨਾਂ ਕਮੀਆਂ ਨੂੰ ਦੂਰ ਕਰ ਦਿੰਨੇ ਆ ਤਾਂ ਫਿਰ ਇਹ ਪੂਰੇ ਦਾ ਪੂਰਾ ਕਾਨੂੰਨ ਹੀ, ਇਸ ਦਾ ਕੋਈ ਵਜੂਦ ਨਹੀਂ ਰਹਿ ਜਾਂਦਾ। ਇਸ ਕਰਕੇ ਇਹਨਾਂ ਕਾਨੂੰਨਾਂ ਨੂੰ ਰੱਦ ਹੀ ਕਰ ਦਿੱਤਾ ਜਾਵੇ, ਇਸ ਦੇ ਵਿੱਚ ਸੋਧ ਦਾ ਕੋਈ ਮਤਲਬ ਨਹੀਂ ਬਣਦਾ ਜਾਂ ਕੋਈ ਤੁਕ ਨਹੀਂ ਬਣਦੀ। ਅੱਜ ਵੀ ਗੱਲਬਾਤ ਉੱਥੋਂ ਸ਼ੁਰੂ ਹੋਈ ਹੈ ਜਿਸ ਦੇ ਵਿੱਚ ਇਹ ਕਹਿ ਰਹੇ ਨੇ ਰੋਹਿਤ ਕੇ ਟੋਕੇ ਦੇਖਿਆ ਗਿਆ। ਜਿਹੜੇ ਪੰਜਾਬ ਦੇ ਮਿਨਿਸਟਰ ਨੇ, ਪੰਜਾਬ ਨਾਲ ਸੰਬੰਧਿਤ ਨੇ, ਜਿਹੜੇ ਕੇਂਦਰ ਦੇ ਵਿੱਚ ਰਾਜ ਮੰਤਰੀ ਨੇ ਸੋਮ ਪ੍ਰਕਾਸ਼, ਉਹ ਵੀ ਕਿਸਾਨਾਂ ਨੂੰ ਉਹਨਾਂ ਨੇ ਅਪੀਲ ਕੀਤੀ ਮੀਟਿੰਗ 'ਚ ਕਿ ਇੱਕ ਵਾਰ ਤੁਸੀਂ ਗੱਲ ਸੁਣ ਲਓ,
ਫਿਰ ਅੱਗੇ ਆਪਾਂ ਗੱਲਬਾਤ ਕਰਾਂਗੇ। ਪਰ ਕਿਸਾਨਾਂ ਨੇ ਸਪਸ਼ਟ ਕਹਿ ਦਿੱਤਾ ਕਿ ਅਸੀਂ ਇਸ ਬਾਬਤ ਕੋਈ ਗੱਲ ਨਹੀਂ ਕਰਨੀ, ਅਸੀਂ ਆਪਣੇ ਜਿਹੜੇ ਏਜੰਡੇ ਆ ਤੁਹਾਨੂੰ ਦੱਸ ਚੁੱਕੇ ਆ, ਪੁਆਇੰਟਰ ਆਪਣੇ ਦੱਸ ਚੁੱਕੇ ਆ। ਸੋ 4 ਸੂਤਰੀ ਸਿੱਧਾ ਏਜੰਡਾ ਹੈ। ਪਹਿਲਾ ਕਿ ਜੇ ਸਰਕਾਰ ਰੱਦ ਕਰਦੀ ਹੈ ਤਾਂ ਉਸ ਦੀਆਂ ਮੋਡੈਲਿਟੀਜ਼ ਕੀ ਹੋਣਗੀਆਂ, ਉਸ ਦੇ ਤਰੀਕੇ, ਉਸ ਦੀ ਪ੍ਰਕਿਰਿਆ ਕੀ ਹੋਊਗੀ। ਦੂਸਰੀ ਗੱਲ MSP ਨੂੰ ਲੈ ਕੇ ਕਾਨੂੰਨੀ ਗਰੰਟੀ। ਤੀਸਰੀ ਗੱਲ ਜਿਹੜਾ ਪਰਾਲੀ ਨੂੰ ਲੈ ਕੇ ਕਿਸਾਨਾਂ ਤੇ ਜੁਰਮਾਨਾ ਠੋਕਿਆ ਗਿਆ ਸੀ ਉਸ ਨੂੰ ਵਾਪਸ ਲੈਣਾ। ਔਰ ਚੌਥੀ ਗੱਲ ਜਿਹੜਾ ਬਿਜਲੀ ਸੋਧ ਪ੍ਰਸਤਾਵਿਤ ਬਿੱਲ ਹੈ ਉਹ ਉਸ ਦੇ ਵਿੱਚ ਜਿਹੜਾ ਹੈ ਕਿਸਾਨਾਂ ਨੂੰ ਜੋ ਇਤਰਾਜ਼ ਨੇ ਉਹਨਾਂ ਨੂੰ ਦੂਰ ਕਰਨਾ। ਸੋ ਇਹ ਸਭ ਕੁਝ 4 ਸੂਤਰੀ ਏਜੰਡਾ ਦਿੱਤਾ ਗਿਆ ਸੀ। ਹੁਣ ਅੰਦਰ ਜਿੰਨੀ ਕੁ ਅਪਡੇਟ ਸਾਨੂੰ ਮਿਲ ਰਹੀ ਹੈ ਸਾਡੇ ਸੋਰਸਿਸ ਤੋਂ ਅਸੀਂ ਨਿਊਜ਼ 18 ਪੰਜਾਬ ਤੇ ਲਗਾਤਾਰ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਸਾਡੇ ਸਹਿਯੋਗੀ ਸਾਡੇ ਨਾਲ ਜੁੜੇ ਹੋਏ ਨੇ। ਮੀਟਿੰਗ ਤੋਂ ਪਹਿਲਾਂ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਗੱਲਬਾਤ ਕੀਤੀ ਹੈ ਕਿ ਕਿਸਾਨਾਂ ਦਾ ਪੁਆਇੰਟ ਆਫ ਵਿਊ ਕੀ ਹੈ ਔਰ ਕਿਸਾਨ ਕੀ ਚਾਹੁੰਦੇ ਨੇ ਔਰ ਕਿਸ ਮਨਸ਼ਾ ਦੇ ਨਾਲ ਮੀਟਿੰਗ ਕਰਨ ਆਏ ਨੇ। ਤੁਹਾਨੂੰ ਸੁਣਾ ਦਿੰਦੇ ਹਾਂ ਇੱਕ ਵਾਰੀ ਮੀਟਿੰਗ 'ਚ ਅੰਦਰ ਜਾਣ ਤੋਂ ਪਹਿਲਾਂ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਕੀ ਕਿਹਾ ਸੀ। ਅਸੀਂ ਆਪਣੀਆਂ ਜਿਹੜੀ ਮੰਗਾਂ ਨੇ ਉਹ ਸਰਕਾਰ ਨੂੰ ਲਿਖ ਕੇ ਦਿੱਤੀਆਂ ਹੋਈਆਂ। ਇਸ ਵਾਰੀ ਅਸੀਂ ਉਹਨਾਂ ਦੇ ਕੋਲੋਂ ਜਵਾਬ ਮੰਗਿਆ ਕਿ ਸਾਨੂੰ ਦੱਸੋ ਵੀ ਕੀ ਮੋਡੈਲਿਟੀਜ਼ ਹੋਣਗੀਆਂ, ਜਿਹੜੇ ਸਾਡੇ ਕਾਨੂੰਨ ਤੁਸੀਂ ਸਾਡੇ ਤੇ ਠੋਸੇ ਨੇ ਇਹਨਾਂ ਨੂੰ ਕਿਵੇਂ ਤੁਸੀਂ ਵਾਪਸ ਲਓਗੇ, ਜਾਂ MSP ਜਿਹੜੀ ਹੈ ਉਹਨੂੰ ਲੀਗਲ ਰਾਈਟ ਬਣਾਉਣ ਵਾਸਤੇ ਕੀ ਢੰਗ ਤਰੀਕਾ ਅਪਣਾਓਗੇ। ਇੱਦਾਂ ਦੀਆਂ ਅਸੀਂ ਲਿਖਤੀ ਇੱਕ ਚਿੱਠੀ ਸਰਕਾਰ ਨੂੰ ਦਿੱਤੀ ਜਿਹਦੇ ਉੱਤੇ ਅੱਜ ਬੈਠਕ ਹੋ ਰਹੀ ਹੈ। ਦੇਖਦੇ ਹਾਂ ਕੀ ਹੁੰਦਾ ਹੈ। ਆਮ ਤੌਰ ਤੇ ਜਿਸ ਤਰ੍ਹਾਂ ਸਰਕਾਰਾਂ ਦਾ ਰਵੱਈਆ ਹੁਣ ਤੱਕ ਰਿਹਾ ਹੈ, ਜੇ ਤਾਂ ਉੱਦਾਂ ਦਾ ਆਈਡੀਅਲ ਰਵੱਈਆ ਰਿਹਾ ਤਾਂ ਫਿਰ ਇੱਕ ਵਾਰੀ ਸਾਨੂੰ ਹੋਰ ਦਬਾਅ ਬਣਾਉਣਾ ਪਏਗਾ। ਅਦਰਵਾਈਜ਼ ਹੁਣ ਇੰਨਾ ਇਹ ਅੰਦੋਲਨ ਸਾਰੇ ਦੇਸ਼ ਵਿੱਚ ਅੱਗੇ ਵਧ ਗਿਆ ਤਾਂ ਸਰਕਾਰਾਂ ਲੋਕਾਂ ਲਈ ਹੁੰਦੀਆਂ ਨੇ, ਲੋਕ ਸਰਕਾਰਾਂ ਲਈ ਨਹੀਂ ਹੁੰਦੇ। ਇਸ ਕਰਕੇ ਸਰਕਾਰਾਂ ਨੂੰ ਆਪਣਾ ਅੜੀਅਲ ਵਤੀਰਾ ਛੱਡ ਕੇ ਇਹ ਮੰਗਾਂ ਜਿਹੜੀਆਂ ਇਹ ਮੰਨਣੀਆਂ ਪੈਣਗੀਆਂ। ਔਰ ਇਹਦੇ 'ਚ ਹੁਣ ਕੋਈ ਦੋ ਰਾਇ ਨਹੀਂ। ਅਸੀਂ ਬਾਰ-ਬਾਰ ਜੋ ਮਰਜ਼ੀ TV ਚੈਨਲਾਂ 'ਤੇ ਬੈਠ ਕੇ ਕੇਂਦਰ ਦੇ ਮੰਤਰੀ ਕਹੀ ਜਾਣ, ਅਸੀਂ ਬੜਾ ਸਪਸ਼ਟ ਕਰ ਚੁੱਕੇ ਹਾਂ ਵੀ ਤੁਹਾਡੇ ਕਾਨੂੰਨ ਕਿਸਾਨਾਂ ਨੂੰ ਕੋਈ ਲਾਭ ਹੋਣ ਵਾਲਾ ਨਹੀਂ, ਉਲਟਾ ਨੁਕਸਾਨ ਹੀ ਨੁਕਸਾਨ ਹੈ। ਔਰ ਹਰ ਐਕਸਪਰਟ ਇਹ ਕਹਿਣ ਲੱਗ ਪਿਆ ਵੀ ਤੁਸੀਂ ਜਿਹੜਾ ਹਰ ਐਕਸਪਰਟ ਕਹਿਣ ਲੱਗ ਪਿਆ ਵੀ ਇਹ ਕਾਨੂੰਨ ਜਿਹੜੇ ਨੇ ਕਿਸਾਨ ਵਿਰੋਧੀ ਨੇ। ਇਸ ਕਰਕੇ ਸਰਕਾਰ ਨੂੰ ਇਹ ਵਾਪਸ ਲੈਣੇ ਪੈਣੇ ਨੇ, ਅੱਜ ਨਹੀਂ ਤਾਂ ਕੱਲ੍ਹ ਵਾਪਸ ਲੈਣੇ ਪੈਣਗੇ। ਸਾਡੀ ਇਹ ਇੱਕ ਅਗਨੀ ਪ੍ਰੀਖਿਆ ਹੈ। ਮੈਂ ਸਮਝਦਾ ਸਾਰੇ ਕਿਸਾਨ ਪਰਿਵਾਰਾਂ ਦੀ ਸਾਰਿਆਂ ਨੂੰ ਰਲ ਕੇ ਇਹਦੇ 'ਚ ਡਟੇ ਤਾਂ 6ਵੇਂ ਦੌਰ ਦੀ ਮੀਟਿੰਗ, ਉਸ ਤੋਂ ਪਹਿਲਾਂ ਰਾਜੇਵਾਲ ਬੋਲ ਰਹੇ ਸੀ। ਸਪਸ਼ਟ ਉਹਨਾਂ ਨੇ ਕਰ ਦਿੱਤਾ ਹੈ ਕਿ ਜੇ ਇੰਨੀਆਂ ਕਮੀਆਂ ਨੇ ਤਾਂ ਕਾਨੂੰਨ ਵਾਪਸ ਲੈਣੇ ਪੈਣਗੇ। ਸਰਕਾਰਾਂ ਲੋਕਾਂ ਦੇ ਨਾਲ ਹੁੰਦੀਆਂ ਨੇ, ਲੋਕ ਸਰਕਾਰਾਂ ਦੇ ਨਾਲ ਨਹੀਂ ਹੁੰਦੇ। ਇਸ ਕਰਕੇ ਲੋਕਾਂ ਦੀ ਗੱਲ ਨੂੰ ਤਰਜੀਹ ਦੇਣੀ ਸਰਕਾਰਾਂ ਦਾ ਫਰਜ਼ ਹੈ। ਮੀਟਿੰਗ ਦੇ ਜਿਹੜੇ 6 ਰਾਉਂਡ, ਇੱਕ ਵਾਰੀ ਦੱਸ ਦਿੰਨੇ, ਅੱਜ 6ਵਾਂ ਰਾਉਂਡ ਹੈ। ਪਹਿਲਾ ਰਾਉਂਡ ਜਿਹੜਾ ਹੋਇਆ ਸੀ ਉਹ 14 ਅਕਤੂਬਰ ਨੂੰ ਪਹਿਲੀ ਮੀਟਿੰਗ ਹੋਈ ਸੀ। ਫਿਰ ਉਸ ਤੋਂ ਬਾਅਦ ਦੂਜੇ ਦੌਰ ਦੀ ਮੀਟਿੰਗ 13 ਨਵੰਬਰ ਨੂੰ ਹੋਈ, ਉਹ ਵੀ ਬੇਸਿੱਟਾ ਰਹੀ। ਫਿਰ 1 ਦਸੰਬਰ ਨੂੰ ਤੀਜੀ ਮੀਟਿੰਗ ਹੋਈ, ਉਹ ਵੀ ਬੇਸਿੱਟਾ ਰਹੀ। ਚੌਥੀ ਜਿਹੜੀ ਮੀਟਿੰਗ ਸੀ ਰਾਉਂਡ 4 3 ਦਸੰਬਰ ਨੂੰ ਹੋਈ, ਉਹ ਵੀ ਬੇਸਿੱਟਾ ਰਹੀ। ਫਿਰ 5 ਦਸੰਬਰ ਨੂੰ ਹੋਈ, ਉਸ ਮੀਟਿੰਗ 'ਚ ਵੀ ਕੁਝ ਨਹੀਂ ਨਿਕਲਿਆ। ਉਸ ਤੋਂ 1-2 ਦਿਨ ਬਾਅਦ ਅਮਿਤ ਸ਼ਾਹ ਦੇ ਨਾਲ ਕੁਝ ਕਿਸਾਨ ਆਗੂ ਮਿਲੇ, ਉਹਨਾਂ ਦੇ ਨਾਲ ਮੀਟਿੰਗ ਹੋਈ, ਪਰ ਅਮਿਤ ਸ਼ਾਹ ਵੱਲੋਂ ਵੀ ਜਿਹੜੀ ਮੀਟਿੰਗ ਕੀਤੀ ਗਈ ਉਸ ਮੀਟਿੰਗ ਦੇ ਵਿੱਚ ਵੀ ਕੁਝ ਨਹੀਂ ਨਿਕਲਿਆ। ਹੁਣ 6ਵੇਂ ਦੌਰ ਦੀ ਜਿਹੜੀ ਮੀਟਿੰਗ ਹੈ ਉਹ ਅੱਜ ਯਾਨੀ 30 ਦਸੰਬਰ ਨੂੰ ਹੋ ਰਹੀ ਹੈ। ਇਸ ਮੀਟਿੰਗ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਸਭ ਦੀਆਂ ਨਜ਼ਰਾਂ ਨੇ ਨਿਊਜ਼ 18 ਪੰਜਾਬ ਤੇ। ਅਸੀਂ ਲਗਾਤਾਰ ਦਰਸ਼ਕਾਂ ਨੂੰ ਪਲ-ਪਲ ਦੀ ਅਪਡੇਟ ਦੇ ਰਹੇ ਹਾਂ। ਮੀਟਿੰਗ ਦੇ ਅੰਦਰ ਕੀ ਚੱਲ ਰਿਹਾ ਹੈ, ਕੁਝ ਮਿੰਟ ਪਹਿਲਾਂ ਸਾਡੇ ਸਹਿਯੋਗੀ ਰੋਹਿਤ ਬਾਂਸਲ ਨੇ ਜਿਹੜੀ ਜਾਣਕਾਰੀ ਦਿੱਤੀ ਕਿ ਮੀਟਿੰਗ ਸ਼ੁਰੂ ਹੁੰਦੇ ਹੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਪਹਿਲੀ ਗੱਲ ਇਹ ਕਹੀ ਮੀਟਿੰਗ ਦੀ ਸ਼ੁਰੂਆਤ ਦੇ ਵਿੱਚ ਕਿ ਇੱਕ ਵਾਰੀ ਪਹਿਲਾਂ ਆਪਾਂ ਕਲੌਜ਼ ਬਾਏ ਕਲੌਜ਼ ਕਾਨੂੰਨਾਂ ਤੇ ਗੱਲ ਕਰ ਲੈਂਦੇ ਹਾਂ। ਤਾਂ ਤੁਰੰਤ ਬਲਬੀਰ ਸਿੰਘ ਰਾਜੇਵਾਲ ਨੇ ਉਹਨਾਂ ਨੂੰ ਟੋਕਿਆ ਔਰ ਕਿਹਾ ਕਿ ਅਸੀਂ ਕਲੌਜ਼ ਦਰ ਕਲੌਜ਼ ਗੱਲਬਾਤ ਨਹੀਂ ਕਰਨੀ, ਕਿਉਂਕਿ 5 ਮੀਟਿੰਗਾਂ ਦੇ ਵਿੱਚ ਅਸੀਂ ਕਲੌਜ਼ ਦਰ ਕਲੌਜ਼ ਗੱਲਬਾਤ ਕਰ ਚੁੱਕੇ ਹਾਂ। ਉਸ ਤੋਂ ਬਾਅਦ ਸਰਕਾਰ ਨੇ ਇਸ ਚੀਜ਼ ਨੂੰ ਮੰਨ ਵੀ ਲਿਆ ਔਰ ਇੱਥੋਂ ਤੱਕ ਕਿਹਾ ਕਿ ਅਸੀਂ ਇਹਨਾਂ 'ਚ ਸੋਧ ਕਰ ਦਿੰਦੇ ਹਾਂ। ਪਰ ਜਦੋਂ ਇੰਨੀਆਂ ਗਲਤੀਆਂ ਨੇ ਤਾਂ ਫਿਰ ਉਸ ਤੋਂ ਬਾਅਦ ਕਾਨੂੰਨਾਂ ਦਾ ਰੱਖਣ ਦਾ ਕੋਈ ਮਤਲਬ ਨਹੀਂ ਬਣ ਜਾਂਦਾ। ਇਸ ਕਰਕੇ ਇਹਨਾਂ ਨੂੰ ਰੱਦ ਕੀਤਾ ਜਾਵੇ। ਰੋਹਿਤ ਬਾਂਸਲ ਲਗਾਤਾਰ ਜੁੜੇ ਹੋਏ ਨੇ। ਰੋਹਿਤ, ਕੋਈ ਹੋਰ ਅਪਡੇਟ ਮੀਟਿੰਗ 'ਚੋਂ ਨਿਕਲ ਕੇ ਆਈ ਹੋਵੇ?
जी बिल्कुल, जिस चीज़ का जिक्र विजयपाल मैं पहला कर रहा सी कि इस वक्त जगजीत सिंह डल्लेवाल और सोम प्रकाश के विचकार गलबात जारी है, तो गलबात की सी वो चीज़ असीं तुहानूं दस्सण जा रहे हैं। सोम प्रकाश ने किसान जथेबंदियां नूं कहा कि जिहड़े ये धरने मुजाहरे इस दे करके पंजाब का नुकसान हो रहा, क्योंकि पिछले लंबे समय तो पहला करोना के दौर च इंडस्ट्री बंद सी, पंजाब बंद सी, पूरा देश बंद सी, तो ठीक उस तरह जिहड़े हुण तुसीं कीता इस दे नाल भी जिहड़ा पूरा पंजाब आ ब्लॉक हो चुका, पंजाब नूं जिहड़ा कच्चा माल आ नहीं जा रहा, जां पंजाब तो जिहड़ा तैयार माल आ वो बाहर नहीं आ रहा, और लगातार जिहड़ी इंडस्ट्री का नुकसान हो रहा, तो इस करके तुसीं जिहड़े धरने समाप्त करो, सरकार तुहाडीआं मंगां जिहड़ियां जायज़ मंगां उहनूं मनण लई तैयार है। तो उसके जवाब में जगजीत सिंह डल्लेवाल ने जवाब दिता कि इस चीज़ करन दे लई तुसीं सानूं मजबूर कीता, असीं कदे नहीं चाहुंदे सी कि असीं इस तरह धरने मुजाहरे करिए, तुसीं सानूं मजबूर कीता, तुसीं साडे इहो ਜਿਹੇ कानून बनाए जिहदे करके सानूं ਇਹ धरने मुजाहरे करने पए। और जेकर पंजाब का अज इकोनॉमी का नुकसान हो रहा, तो इस दे लई किसान नहीं बल्कि तुहाडी सरकार जिम्मेवार है जिन्हां ने कानून पास कीते ने। जी विजय जी, तो ਉਹੀ ਗੱਲ ਜਿਵੇਂ ਅਸੀਂ ਦਰਸ਼ਕਾਂ ਨੂੰ ਕਰ ਰਹੇ ਸੀ, ਰੋਹਿਤ ਸਾਨੂੰ ਇੱਕ ਗੱਲ ਦੀ ਅਪਡੇਟ ਦੇ ਰਹੇ ਨੇ ਜੋ ਅੰਦਰੋਂ ਸਾਡੇ ਸੋਰਸਿਸ ਤੋਂ ਗੱਲਬਾਤ ਨਿਕਲ ਕੇ ਆਉਂਦੀ ਹੈ ਨਿਊਜ਼ 18 ਪੰਜਾਬ ਤੇ ਅਸੀਂ ਦਰਸ਼ਕਾਂ ਨੂੰ ਕਿ ਮੀਟਿੰਗ ਦੇ ਅੰਦਰ ਕੀ ਚੱਲ ਰਿਹਾ ਹੈ, ਪਲ ਪਲ ਦੀ ਅਪਡੇਟ, ਮੀਟਿੰਗ ਦੇ ਅੰਦਰ ਕੀ ਗੱਲਬਾਤ ਹੋ ਰਹੀ ਹੈ, ਅੰਦਰ ਦੀ ਗੱਲ ਜਿਹੜੀ ਹੈ ਉਹ ਅਸੀਂ ਦਰਸ਼ਕਾਂ ਨੂੰ ਦੱਸ ਰਹੇ ਹਾਂ। ਜਿਵੇਂ ਹੁਣ ਰੋਹਿਤ ਨੇ ਦੱਸਿਆ, ਇੱਕ ਵਾਰੀ ਫਿਰ ਦੁਹਰਾ ਦਿੰਦੇ ਹਾਂ ਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਨਾਲ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਗੱਲਬਾਤ ਹੋ ਰਹੀ ਹੈ। ਸੋਮ ਪ੍ਰਕਾਸ਼ ਪੰਜਾਬ ਤੋਂ ਐਮਪੀ ਨੇ, ਉਸ ਤੋਂ ਬਾਅਦ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਦਾ ਦਰਜਾ ਮਿਲਿਆ ਔਰ ਸੋਮ ਪ੍ਰਕਾਸ਼ ਨੂੰ ਇਸ ਲਈ ਮੀਟਿੰਗ ਦੇ ਵਿੱਚ ਬਿਠਾਇਆ ਗਿਆ। ਰਿਟਾਇਰਡ ਆਈਏਐਸ ਨੇ ਔਰ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਆਏ ਨੇ, ਪੰਜਾਬੀ ਨੇ, ਪੰਜਾਬੀਆਂ ਦੇ ਨਾਲ ਜ਼ਿਆਦਾ ਚੰਗੇ ਤਰੀਕੇ ਨਾਲ ਗੱਲਬਾਤ ਕਰ ਸਕਦੇ ਨੇ, ਇਹ ਸਮਝਦੇ ਹੋਏ ਸਰਕਾਰ ਵੱਲੋਂ ਸੋਮ ਪ੍ਰਕਾਸ਼ ਹੋਰਾਂ ਨੂੰ ਮੀਟਿੰਗ 'ਚ ਬਿਠਾਇਆ ਗਿਆ ਤੇ ਕਲੌਜ਼ ਬਾਈ ਕਲੌਜ਼ ਜਿਹੜੀ ਚਰਚਾ ਦੀ ਗੱਲ ਕਰ ਰਹੇ ਸੀ ਕੇਂਦਰੀ ਖੇਤੀਬਾੜੀ ਮੰਤਰੀ, ਉਸ ਤੋਂ ਬਾਅਦ ਸੋਮ ਪ੍ਰਕਾਸ਼ ਨੇ ਗੱਲ ਅੱਗੇ ਤੋਰੀ ਹੈ ਮੀਟਿੰਗ ਦੇ ਵਿੱਚ। ਦੂਜੀ ਗੱਲ ਜਿਹੜੀ ਦੂਜੀ ਸੈਕੰਡ ਅਪਡੇਟ ਕਿ ਕਿਸਾਨਾਂ ਨੂੰ ਸੋਮ ਪ੍ਰਕਾਸ਼ ਨੇ ਕਿਹਾ ਕਿ ਤੁਸੀਂ ਜਿਹੜੇ ਧਰਨੇ ਮੁਜ਼ਾਹਰੇ ਕਰ ਰਹੇ ਹੋ, ਜਿਹੜਾ ਤੁਸੀਂ ਪੂਰਾ ਬਾਰਡਰ ਰੋਕ ਕੇ ਰੱਖੇ ਨੇ, ਜਿਹੜੇ ਪੰਜਾਬ ਨੂੰ ਰਸਤੇ ਨੇ, ਦੋ ਮੇਨ ਰਸਤੇ, ਇੱਕ ਬਹਾਦਰਗੜ੍ਹ ਵਾਲੀ ਸਾਈਡ ਤੋਂ ਟਿਕਰੀ ਬਾਰਡਰ ਔਰ ਦੂਸਰਾ करनाल वाली साइड तो सोनीपत वाली साइड तो सिंघू बॉर्डर, कुंडली बॉर्डर, तो उसके बारे बाबत सोम प्रकाश ने जगजीत सिंह डल्लेवाल नूं कहा कि ये तुहानूं रोकने नहीं चाहिए। पहला करोना करके पंजाब दी इंडस्ट्री का नुकसान होया, हुण इस रोक करके ये नुकसान हो रहा है क्योंकि जदों मेन सड़कां बंद ने तो उत्थे कच्चे माल की सप्लाई नहीं हो रही, समान तैयार माल आ नहीं रहा, इस करके तुहानूं ये धरने मुजाहरे नहीं करने चाहिए। तो इस दे जवाब विच डल्लेवाल ने मीटिंग दे विच कहा कि जी असी अपनी मर्जी नाल नहीं आए, सरकारां ने सानू मजबूर किया है, जे तुसी ये कानून ना बनाउंदे तां असी कोई इहो जी रणनीति ना सानू धरना प्रदर्शन करन दी लोड़ सी। सो सरकारां ने जे सानू मजबूर किया है, इहो जे कानून बनाए ने, उस तो बाद उन्हां कानूनां 'च की खामियां ने वो सरकारां मन भी रहीआं ने, तां फिर उन्हां कानूनां नूं रद्द कर दिओ, असी तुरंत अपने घरों घरी अगले दिन ही चले जावांगे। ये गल किसान कह रहे ने। पर मीटिंग दे विच हुण गलबात चल रही है, जो पॉइंट दर पॉइंट क्लॉज वाइज जो गलबात साडे कोल निकल के सामने आ रही है, असी पल पल की अपडेट दर्शकों तक पहुँचा रहे हाँ। साडे सहयोगी रोहित बांसल लगे हुए ने, साडियां होर टीमां भी सिंघू बॉर्डर, टिकरी बॉर्डर, विज्ञान भवन लगातार साडे सहयोगी जुटे हुए ने। सवेर तो जदों तो किसान चले ने, बसां 'च बैठ के विज्ञान भवन पहुंचे ने, उदों तो पहला किसानां दे नाल लगातार गलबात कीती है। इस वेले की अपडेट ये है मीटिंग तो सोम प्रकाश कह रहे हैं कि किसानों दीयां जायज़ मंगां मनण नूं असीं तैयार हाँ, अंदोलन खत्म करो, असीं किसानों दीयां जायज़ मंगां मनण नूं तैयार हाँ क्योंकि पंजाब का नुकसान हो रहा है। ये सोम प्रकाश मीटिंग दे विच कह रहे हैं। केंद्री राज मंत्री जिहड़े पंजाब तो बिलोंग करते हैं, फगवाड़ा के रहने वाले ने और इस बार लोक सभा चोण जिते ने, हुशियारपुर तो सोम प्रकाश MP बने ने और उस तो बाद केंद्र च उन्हां नूं राज मंत्री की कुर्सी मिली है। सो सोम प्रकाश इस मीटिंग दे विच ने किसानां दे नाल इंटरैक्ट कर रहे हैं, गलबात कर रहे हैं। उन्हां वल्लों कहा गया कि जायज़ मंगां मनण दे लई सरकार तैयार है। सो वो किहड़ियां मंगां दा जिक्र कर रहे हैं, ये मीटिंग दे विच ही किसानां दे नाल गलबात हो रही है। पर इस वेले सोम प्रकाश ने मीटिंग ते जाण तो पहला जदों न्यूज़ 18 ने गलबात की सी सोम प्रकाश दे नाल, तां उस वेले उन्हां कहा सी कि सानू अज पूरी आस है, पूरी उम्मीद है, एक तरीके नाल दावा भी किया सी कि असी इस मीटिंग नूं अज किसी सिट्टे ते पहुंचावांगे, मीटिंग बेसिट्टा नहीं रहेगी, अज हल कढ के जावांगे। सो सोम प्रकाश हुण किसानां दे नाल गलबात कर रहे हैं मीटिंग दे विच, पर मीटिंग ते जाण तो पहला सोम प्रकाश ने की कहा सी वो भी तुहानूं सुना दिंदे आ।
बहुत लंबे समय से बहुत लंबी बातचीत उनसे हुई है। आज फिर 7वें राउंड की बातचीत हो रही है। हमारी कोशिश है कि बातचीत बहुत अच्छे माहौल में जैसे पहले हुई हो और निर्णायक हो। लोग अपने घरों में जाएं, नए साल में नई सोच हो, नए ढंग से अपने घरों में जो खुशियाँ मनाएं जाकर, ये हमारी सोच होगी। खुले मन से बातचीत करेंगे और कोई भी ऐसी नहीं है जिसमें सरकार कोशिश करेगी कि बातचीत हो और लोग अपने घरों को जाएंगे। ये सभी मुद्दों पर बातचीत होगी, कोई प्रॉब्लम नहीं है। सभी मुद्दों पर बात होगी, खुले मन से बात होगी, इसमें तो सारा कुछ हो जाता है। ਤਾਂ ਸੋਮ ਪ੍ਰਕਾਸ਼ ਕਹਿ ਰਹੇ ਨੇ ਕਿ ਸਾਰੇ ਮੁੱਦਿਆਂ ਤੇ ਗੱਲਬਾਤ ਹੋਏਗੀ। ਯਾਨੀ ਸ਼ੁਰੂਆਤ ਉਹਨਾਂ ਨੇ ਕੀਤੀ ਹੈ ਕਾਨੂੰਨਾਂ ਦੇ ਫਾਇਦੇ ਦੱਸਣ ਤੋਂ। ਖੇਤੀਬਾੜੀ ਮੰਤਰੀ ਕਹਿ ਰਹੇ ਨੇ ਕਿ ਕਲੌਜ਼ ਦਰ ਕਲੌਜ਼ ਗੱਲਬਾਤ ਕਰਦੇ ਹਾਂ। ਜਦੋਂ ਰਾਜੇਵਾਲ ਹੋਰਾਂ ਨੇ ਮਨਾ ਕਰ ਦਿੱਤਾ ਤਾਂ ਫਿਰ ਸੋਮ ਪ੍ਰਕਾਸ਼ ਬੋਲਣ ਲੱਗੇ। ਸੋਮ ਪ੍ਰਕਾਸ਼ ਨੇ ਕਿਹਾ ਕਿ ਅੰਦੋਲਨ ਖਤਮ ਕਰੋ, ਇਸ ਦੇ ਨਾਲ ਨੁਕਸਾਨ ਹੋ ਰਿਹਾ ਹੈ ਕਿਉਂਕਿ ਪੰਜਾਬ ਨੂੰ ਲੱਗਦੇ ਦੋਨੇ ਮੇਨ ਬਾਰਡਰ ਜੋ ਪੰਜਾਬ ਤੋਂ ਦਿੱਲੀ ਆਉਣ ਦੇ ਰਸਤੇ ਨੇ ਉਹ ਤੁਸੀਂ ਬਲੌਕ ਕਰ ਰੱਖੇ ਹੈ, ਕਿਸਾਨਾਂ ਨੂੰ ਕਹਿ ਰਹੇ ਨੇ। ਔਰ ਉਸ ਦੇ ਨਾਲ ਪੰਜਾਬ ਨੂੰ ਆਰਥਿਕ ਤੌਰ ਤੇ ਨੁਕਸਾਨ ਝੱਲਣਾ ਪੈ ਰਿਹਾ ਕਿਉਂਕਿ ਪੰਜਾਬ ਦਾ ਜੋ ਮਾਲ ਹੈ ਉਹ ਇੱਧਰ ਨਹੀਂ ਆ ਰਿਹਾ, ਤਿਆਰ ਮਾਲ ਔਰ ਕੱਚਾ ਮਾਲ ਉਧਰ ਨਹੀਂ ਜਾ ਰਿਹਾ। ਸੋ ਇਹ ਹਵਾਲਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਜਵਾਬ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਕਿਹਾ ਕਿ ਅਸੀਂ ਕੋਈ ਜਾਣਬੁੱਝ ਕੇ ਰੋਕ ਕੇ ਨਹੀਂ ਰੱਖਿਆ, ਤੁਸੀਂ ਸਾਨੂੰ ਮਜਬੂਰ ਕੀਤਾ, ਇਸ ਕਰਕੇ ਅਸੀਂ ਅੰਦੋਲਨ ਦਾ ਰਾਹ ਅਪਣਾਇਆ ਕਿਉਂਕਿ ਸਰਕਾਰ ਇਹ ਕਾਨੂੰਨ ਲੈ ਕੇ ਆਈ ਜਿਨ੍ਹਾਂ 'ਚ ਬਹੁਤ ਵੱਡੀਆਂ ਕਮੀਆਂ ਸੀ। ਸੋ ਸਰਕਾਰ ਹੁਣ ਉਹਨਾਂ ਕਮੀਆਂ ਨੂੰ ਪਿਛਲੀਆਂ ਮੀਟਿੰਗਾਂ 'ਚ ਵੀ ਮੰਨ ਚੁੱਕੀ ਹੈ ਔਰ ਉਹਨਾਂ ਨੂੰ ਦਰੁਸਤ ਕਰਨ ਦੀ ਵੀ ਗੱਲ ਕਹੀ ਹੈ, ਉਹਨਾਂ ਦੇ ਵਿੱਚ ਸੋਧਾ ਕਰਨ ਦੀ ਵੀ ਗੱਲ ਕਹੀ ਹੈ। ਪਰ ਹੁਣ ਕਿਸਾਨ ਕਹਿ ਰਹੇ ਨੇ ਕਿ ਜੇ ਸਰਕਾਰ ਉਹਨਾਂ ਦੇ ਵਿੱਚ 90% ਸੋਧਾ ਕਰਨੀਆਂ ਮੰਨਦੀ ਹੈ ਤਾਂ ਫਿਰ ਉਹਨਾਂ ਕਾਨੂੰਨਾਂ ਨੂੰ ਰੱਖਿਆ ਕਿਉਂ ਹੈ? ਕਿਉਂਕਿ ਅਗਰ ਕੋਈ ਚੀਜ਼ 90% ਖਰਾਬ ਹੈ ਤਾਂ ਉਸ ਨੂੰ ਕੋਈ ਆਪਣੇ ਘਰ 'ਚ ਨਹੀਂ ਰੱਖਦਾ। ਸੋ ਕਿਸਾਨਾਂ ਦੀ ਸਿੱਧੀ ਮੰਗ ਇਹ ਹੈ ਕਿ ਇੱਕ ਵਾਰ ਸਰਕਾਰ ਇਹਨਾਂ ਨੂੰ ਖਤਮ ਕਰੇ, ਉਸ ਤੋਂ ਬਾਅਦ ਕਿਸ ਤਰੀਕੇ ਨਾਲ ਨਵੇਂ ਸਿਰੇ ਨਾਲ ਇਸ ਤੇ ਗੱਲਬਾਤ ਚੱਲਣੀ ਹੈ, ਕਿਵੇਂ ਨਵੇਂ ਸਿਰੇ ਨਾਲ ਕਾਨੂੰਨ ਲਿਆਂਦੇ ਜਾਣੇ ਨੇ, ਉਹ ਗੱਲਬਾਤ ਤੋਂ ਬਾਅਦ ਫਿਰ ਸਰਕਾਰ ਡਿਸਾਈਡ ਕਰਦੀ ਰਵੇ। ਪਰ ਇਹਨਾਂ ਕਾਨੂੰਨਾਂ ਨੂੰ ਇੱਕ ਵਾਰੀ ਸਰਕਾਰ ਨੂੰ ਰੱਦ ਕਰਨਾ ਪਏਗਾ। ਇਹ ਕਿਸਾਨਾਂ ਦੀ ਡਿਮਾਂਡ ਹੈ, ਉਹਨਾਂ ਦੀ ਮੰਗ ਹੈ ਔਰ ਉਸੇ ਨੂੰ ਲੈ ਕੇ ਅੱਜ 6ਵੇਂ ਦੌਰ ਦੀ ਮੀਟਿੰਗ ਚੱਲ ਰਹੀ ਹੈ। 4 ਸੂਤਰੀ ਏਜੰਡਾ ਲੈ ਕੇ ਕਿਸਾਨ ਪਹੁੰਚੇ ਸੀ ਔਰ ਉਸ 4 ਸੂਤਰੀ ਏਜੰਡੇ ਦਾ ਪਹਿਲਾ ਏਜੰਡਾ ਜਿਹੜਾ ਸੀ ਉਹ ਇਹੀ ਹੈ ਕਿ ਪਹਿਲਾ ਕਾਨੂੰਨ ਰੱਦ ਕਰੋ ਔਰ ਕਿਸ ਤਰੀਕੇ ਨਾਲ ਇਹਨਾਂ ਨੂੰ ਰੱਦ ਕਰੋਗੇ, ਇਸ ਦੀ ਪ੍ਰਕਿਰਿਆ ਕੀ ਹੋਊਗੀ, ਮੋਡੈਲਿਟੀਜ਼ ਕੀ ਹੋਣਗੀਆਂ, ਇਸ ਬਾਰੇ ਕਿਸਾਨਾਂ ਨੂੰ ਦੱਸਿਆ ਜਾਵੇ। ਸੋ ਹਲੇ ਤਾਂ ਮੋਡੈਲਿਟੀਜ਼ ਤੇ ਗੱਲ ਪਹੁੰਚੀ ਨਹੀਂ, ਹਾਲੇ ਮੀਟਿੰਗ ਦੇ ਵਿੱਚ ਸਿਰਫ ਕਾਨੂੰਨਾਂ ਦੇ ਫਾਇਦੇ ਨੁਕਸਾਨਾਂ ਦੀ ਗੱਲ ਹੋ ਰਹੀ ਹੈ, ਜਿਸ ਨੂੰ ਕਿਸਾਨਾਂ ਨੇ ਫਾਇਦੇ ਤਾਂ ਸੁਣਨ ਤੋਂ ਇਨਕਾਰ ਕਰ ਦਿੱਤਾ ਹੈ। ਬਲਬੀਰ ਸਿੰਘ ਰਾਜੇਵਾਲ ਨੇ ਇਸ ਪ੍ਰਸਤਾਵ ਨੂੰ ਪਹਿਲਾਂ ਹੀ ਠੁਕਰਾ ਦਿੱਤਾ ਕਿ ਅਸੀਂ ਕਾਨੂੰਨ ਰੱਦ ਕਰਵਾਉਣ ਆਏ ਹਾਂ, ਅਸੀਂ ਇਸ ਦੇ ਫਾਇਦਿਆਂ ਤੇ ਕੋਈ ਗੱਲ ਨਹੀਂ ਕਰਾਂਗੇ। ਇਸ ਬਾਰੇ ਪਹਿਲਾਂ ਲੰਬੀ ਚੌੜੀ ਗੱਲਬਾਤ ਕਈ ਘੰਟਿਆਂ ਦੀਆਂ ਮੀਟਿੰਗਾਂ ਦੇ ਵਿੱਚ ਹੋ ਚੁੱਕੀ ਹੈ। ਸੋ ਹੁਣ ਦੇਖਣਾ ਹੋਏਗਾ ਕਿ ਸਰਕਾਰ ਕਿਸ ਪਾਸੇ ਵੱਲ ਜਾਂਦੀ ਹੈ। ਜੇ ਵਾਕਿਆ ਹੀ ਸਰਕਾਰ ਸੋਚਦੀ ਹੈ ਕਿ ਇਸ ਦਾ ਮਸਲਾ ਹੱਲ ਕਰਨਾ ਹੈ ਤਾਂ ਫਿਰ ਉਹ ਕੀ ਫੈਸਲਾ ਲੈਂਦੀ ਹੈ। ਇੱਕ ਵਾਰੀ ਫਿਰ ਰੋਹਿਤ ਕੋਲ ਚੱਲਦੇ ਹਾਂ। ਰੋਹਿਤ, ਕੋਈ ਹੋਰ ਅਪਡੇਟ? जी विजय, इस वक्त जो मीटिंग है वो जारी है। फिलहाल जो पुराने अपडेट सी वही है, इस तो इलावा होर कोई अपडेट नहीं है। फिलहाल जो आम गलबात है मीटिंग दे विच जारी है, पर जो दो मुख तौर पर अपडेट आई सी कि किते ना किते केंद्र सरकार वालों एक बार फिर गलबात करने की कोशिश की गई और केंद्र सरकार ने जिहड़ी क्लॉज तो शुरुआत की कि कल्ले क्लॉज बाई क्लॉज तुहाडे नाल गल कर रहे, जिस चीज़ नूं किसानां ने नकारता और उस तो बाद जो केंद्र के राज मंत्री नेगे, इंडस्ट्री के मिनिस्टर नेगे, उन्होंने एक गल तोड़न की कोशिश की कि पंजाब के इंडस्ट्री का नुकसान हो रहा, पंजाब की इकोनॉमी का नुकसान हो रहा, तो उस नुकसान नूं रोकण के लिए किसानों नूं अगे वधना चाहिए और जिहड़े धरने मुजाहरे खत्म कर देने चाहिए। पर उसके जवाब च जिहड़े जगजीत सिंह डल्लेवाल, जिस तरह आप पहला जिक्र कर रहे सी कि उन्होंने जवाब दिता कि हाले तक जिहड़े धरने मुजाहरे तुहाडे करके चल रहे क्योंकि तुसीं कानून पास कीते, जिन्नी देर तक ये कानून रद्द नहीं हो जाते उन्नी देर तक साडे जिहड़े धरने मुजाहरे इस तरह जारी रहणगे। और फिलहाल जिहड़ी आम गलबात है मीटिंग दे विच जारी है। फिलहाल कुछ होर अपडेट मीटिंग के अंदरों नहीं मिल रही। जी विजय। रोहित, नज़र बनाए रखना, असी लगातार तुहाडे तो जिवें कोई अपडेट आउंदी है तुरंत तुहाडे कोले आवांगे, रुख करांगे। ਤਾਂ दो अपडेट्स जिवें रोहित दस रहे ने, एक बारी फिर जिहड़े दर्शक साडे नाल हुणे जुड़े ने उन्हां दी जानकारी लई, क्योंकि इस वेले बहुत क्रियोसिटी है, बहुत लोग बहुत उत्साहित ने इस चीज़ नूं लैके सुनना चाहुंदे ने, जानना चाहुंदे ने। साडे दर्शक जिन्ने भी न्यूज़ 18 पंजाब दे नाल जुड़ रहे ने, पल पल दी अपडेट असीं उन्हां तक पहुँचा रहे हाँ कि मीटिंग दे अंदर की चल रहा है, की अंदर गलबात हुई है। क्योंकि 2-3 घंटे अगर मीटिंग चलती रहे और अंदरों किसी तरह की कोई अपडेट निकल के ना आवे तो फिर जिहड़े दर्शक देख रहे हुंदे ने
ਉਹਨਾਂ ਦੀ ਉਤਸੁਕਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸੋ ਇਸ ਵੇਲੇ ਹਰ ਕੋਈ ਇਸ ਚੀਜ਼ ਨੂੰ ਦੇਖਣਾ ਸੁਣਨਾ ਚਾਹੁੰਦਾ ਹੈ ਕਿ ਮੀਟਿੰਗ ਦੇ ਅੰਦਰ ਕੀ ਗੱਲਬਾਤ ਹੋਈ। ਇੱਕ ਵਾਰੀ ਫਿਰ ਦੱਸ ਦਿੰਨੇ ਆ, ਜਿਵੇਂ ਹੀ ਮੀਟਿੰਗ ਸ਼ੁਰੂ ਹੋਈ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਕਾਨੂੰਨਾਂ ਤੇ ਕਲੌਜ਼ ਦਰ ਕਲੌਜ਼ ਗੱਲਬਾਤ ਕਰ ਲੈਂਦੇ ਆ। ਤੁਰੰਤ ਬਲਬੀਰ ਸਿੰਘ ਰਾਜੇਵਾਲ ਨੇ ਉਹਨਾਂ ਨੂੰ ਟੋਕਿਆ ਔਰ ਕਿਹਾ ਕਿ ਅਸੀਂ ਇਸ ਤੇ ਕੋਈ ਗੱਲਬਾਤ ਨਹੀਂ ਕਰਾਂਗੇ। ਪਿਛਲੀਆਂ 5 ਮੀਟਿੰਗਾਂ ਦੇ ਵਿੱਚ ਅਸੀਂ ਕਲੌਜ਼ ਦਰ ਕਲੌਜ਼ ਬਹੁਤ ਗੱਲਾਂ ਬਾਤਾਂ ਕਰ ਚੁੱਕੇ ਹਾਂ, ਜੋ ਕਮੀਆਂ ਸੀ ਉਹ ਖੁੱਲ੍ਹ ਕੇ ਦੱਸ ਚੁੱਕੇ ਹਾਂ ਔਰ ਸਰਕਾਰ ਉਹਨਾਂ ਕਮੀਆਂ ਨੂੰ ਮੰਨਦੇ ਹੋਏ ਇਹ ਵੀ ਕਹਿ ਚੁੱਕੀ ਹੈ ਕਿ ਅਸੀਂ ਉਹਨਾਂ 'ਚ ਸੁਧਾਰ ਕਰ ਦਿਆਂਗੇ, ਪਰ ਸਾਨੂੰ ਉਹ ਸੌਦਾ ਮਨਜ਼ੂਰ ਨਹੀਂ। ਇਸ ਕਰਕੇ ਇਹਨਾਂ ਕਾਨੂੰਨਾਂ ਨੂੰ ਰੱਦ ਹੀ ਕੀਤਾ ਜਾਵੇ ਔਰ ਉਹ ਰੱਦ ਕਰਨ ਦੀ ਪ੍ਰਕਿਰਿਆ ਕੀ ਹੋਏਗੀ, ਅਗਰ ਇਸ ਤੇ ਸਰਕਾਰ ਗੱਲਬਾਤ ਕਰਦੀ ਹੈ ਤਾਂ ਫਿਰ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਔਰ ਉਹ ਸੁਣਨ ਦੇ ਲਈ ਵੀ ਤਿਆਰ ਹਾਂ। ਪਰ ਉਸ ਤੋਂ ਘੱਟ ਕੋਈ ਗੱਲਬਾਤ ਕਿਸਾਨ ਸੁਣਨ ਦੇ ਲਈ ਤਿਆਰ ਨਹੀਂ। ਉਹਨਾਂ ਨੇ ਸਪਸ਼ਟ ਕਹਿ ਦਿੱਤਾ ਹੈ, 4 ਸੂਤਰੀ ਏਜੰਡਾ ਦਿੱਤਾ ਸੀ, ਪਹਿਲਾ ਏਜੰਡਾ ਇਹੀ ਸੀ ਕਾਨੂੰਨ ਕਰੋ ਰੱਦ ਔਰ ਉਸ ਤੋਂ ਬਾਅਦ ਅਗਲੀਆਂ ਗੱਲਾਂ ਬਾਤਾਂ ਕਰਾਂਗੇ। ਉਸ ਤੋਂ ਬਾਅਦ MSP ਦੀ ਗਰੰਟੀ ਦੀ ਗੱਲ ਹੋਈ। ਉਸ ਤੋਂ ਬਾਅਦ ਜਿਹੜੀ ਹੈ ਤੀਸਰਾ ਏਜੰਡਾ ਜਿਹੜਾ ਹੈ ਉਹ ਹੈ ਜਿਹੜਾ ਬਿਜਲੀ ਸੋਧ ਇੱਕ ਪ੍ਰਸਤਾਵਿਤ ਬਿੱਲ ਹੈ, ਉਸ ਦੇ ਵਿੱਚ ਕੀ ਖਾਮੀਆਂ ਨੇ ਕਮੀਆਂ ਨੇ ਉਹਨਾਂ ਨੂੰ ਦੂਰ ਕਰਨਾ ਔਰ ਚੌਥਾ ਜਿਹੜਾ ਪਰਾਲੀ ਨੂੰ ਲੈ ਕੇ ਸਰਕਾਰ ਨੇ ਇੱਕ ਜੁਰਮਾਨੇ ਦਾ ਪ੍ਰਾਵਧਾਨ ਰੱਖਿਆ ਸੀ, ਤਜਵੀਜ਼ਾਂ ਰੱਖੀਆਂ ਸੀ 1 ਕਰੋੜ ਰੁਪਇਆ ਜੁਰਮਾਨਾ, ਉਸ ਨੂੰ ਖਤਮ ਕੀਤਾ ਜਾਵੇ ਕਿਸਾਨਾਂ ਤੇ ਜਿਹੜਾ ਪਰਾਲੀ ਸਾੜਨ ਨੂੰ ਲੈ ਕੇ ਜਿਹੜਾ ਵਾਤਾਵਰਣ ਸੰਬੰਧੀ ਕਾਨੂੰਨ ਸਰਕਾਰ ਲੈ ਕੇ ਆਈ ਹੈ। ਸੋ ਇਹ 4 ਸੂਤਰੀ ਏਜੰਡਾ ਮੁੱਖ ਤੌਰ ਤੇ ਹੈ ਔਰ ਉਸੇ ਤੇ ਗੱਲਬਾਤ ਕਰਨ ਅੱਜ ਕਿਸਾਨ ਪਹੁੰਚੇ ਨੇ। ਸਰਕਾਰ ਵੱਲੋਂ ਇਹ ਦਾਅਵੇ ਜ਼ਰੂਰ ਕੀਤੇ ਗਏ ਨੇ ਕਾਫੀ ਵੱਡੇ ਕਿ ਅੱਜ ਦੀ ਮੀਟਿੰਗ ਦੇ ਵਿੱਚ ਮੁੱਦਾ ਸਿਰੇ ਲਾਇਆ ਜਾਊਗਾ, ਕੋਈ ਨਾ ਕੋਈ ਹੱਲ ਜ਼ਰੂਰ ਕੱਢਿਆ ਜਾਊਗਾ ਔਰ ਇਸ ਅੰਦੋਲਨ ਨੂੰ ਸਰਕਾਰ ਖਤਮ ਕਰਵਾਏਗੀ। ਪਰ ਹੁਣ ਸਰਕਾਰ ਇਹ ਅੰਦੋਲਨ ਕਿਵੇਂ ਖਤਮ ਕਰਵਾਏਗੀ ਇਹ ਸਰਕਾਰ ਦੇ ਹੱਥ 'ਚ ਕਿਸਾਨਾਂ ਨੇ ਛੱਡ ਦਿੱਤਾ ਹੈ ਔਰ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਸਰਕਾਰ ਨੇ ਮਜਬੂਰ ਕੀਤਾ ਇਹ ਅੰਦੋਲਨ ਕਰਨ ਦੇ ਲਈ, ਦਿੱਲੀ ਦੇ ਬਾਰਡਰਾਂ ਤੇ ਪਹੁੰਚਣ ਦੇ ਲਈ, ਦਿੱਲੀ ਦੀਆਂ ਸੜਕਾਂ ਰੋਕਣ ਦੇ ਲਈ। ਸੋ ਮੀਟਿੰਗ ਲਗਾਤਾਰ ਜਾਰੀ ਹੈ। ਪਲ ਪਲ ਦੀ ਅਪਡੇਟ ਅਸੀਂ ਨਿਊਜ਼ 18 ਪੰਜਾਬ ਤੇ ਦਰਸ਼ਕਾਂ ਨੂੰ ਦੇ ਰਹੇ ਹਾਂ। ਜੋ ਮੀਟਿੰਗ ਦੇ ਅੰਦਰ ਗੱਲਬਾਤ ਹੋਈ, ਜੋ ਮੀਟਿੰਗ ਦੇ ਅੰਦਰੋਂ ਪੁਆਇੰਟਸ ਸਾਡੇ ਸੋਰਸਿਸ ਦੇ ਜ਼ਰੀਏ ਨਿਕਲ ਕੇ ਆ ਰਹੇ ਨੇ, ਸਾਡੇ ਸਹਿਯੋਗੀ ਰੋਹਿਤ ਬੰਸਲ ਸਾਡੇ ਤੱਕ ਇਹ ਜਾਣਕਾਰੀ ਪਹੁੰਚਾ ਰਹੇ ਨੇ। ਪਲ ਪਲ ਦੀ ਅਪਡੇਟ ਕਿ ਮੀਟਿੰਗ ਦੇ ਵਿੱਚ ਹੋਇਆ ਕੀ। ਮੀਟਿੰਗ ਤੇ ਜਾਣ ਤੋਂ ਪਹਿਲਾਂ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਆਸਵੰਦ ਵੀ ਸਨ ਔਰ ਉਹਨਾਂ ਨੇ ਆਸ ਜਤਾਈ ਹੈ ਕਿ ਅੱਜ ਕੋਈ ਨਾ ਕੋਈ ਮਸਲੇ ਦਾ ਹੱਲ ਅਗਰ ਸਰਕਾਰ ਚਾਹਵੇ ਤਾਂ ਤੁਰੰਤ ਪ੍ਰਭਾਵ ਨਾਲ ਨਿਕਲ ਸਕਦਾ ਔਰ ਅਸੀਂ ਵੀ ਆਪਣੇ ਘਰਾਂ ਨੂੰ ਜਾ ਕੇ ਨਵਾਂ ਸਾਲ ਆਪੋ ਆਪਣੇ ਘਰੇ ਬਣਾਵਾਂਗੇ। ਕਿਸੇ ਨੂੰ ਪੋਹ ਦੀ ਠੰਡ ਦੇ ਵਿੱਚ ਬੈਠਣ ਦਾ ਸ਼ੌਂਕ ਨਹੀਂ ਹੈ। ਇਹ ਗੱਲ ਕਿਸਾਨ ਕਹਿ ਰਹੇ ਸੀ, ਤੁਹਾਨੂੰ ਸੁਣਾਉਂਦੇ ਹਾਂ ਮੀਟਿੰਗ ਤੇ ਜਾਣ ਤੋਂ ਪਹਿਲਾਂ ਕਿਸਾਨਾਂ ਨੇ ਕੀ ਗੱਲਬਾਤ ਕੀਤੀ ਸੀ। कि उसको रिलीफ कैसे करना बिलों का उस पर है, उसकी प्रक्रिया क्या होगी, तो आज उसका हल निकलेगा। देखो हमारी कोशिश जो है भी निपटे, ठीक है। हम कहते हैं कि सरकार रद्द करे इन कानूनों को, तो लोग सभी हैं, नया साल आ रहा है अपने घर में मनाया जाकर, यही हम कहना चाहते हैं सरकार से। अभी क्या लग रहा है सर, ये बहुत दफे का मीटिंग हो चुके हैं, तो आज मीटिंग फिर से होने जा रही है, कितना उम्मीद है आपके पास? देखो हम तो उम्मीदें लेकर ही आए हैं, उम्मीदें लेकर सभी लोग वहाँ बैठे हुए हैं। देखो आगे सरकार क्या करना चाहती है, सरकार हमारी उम्मीदों पर खरा उतरती है नहीं उतरती, ये सरकार पर डिपेंड करता है। नहीं, ये तो सरकार के ऊपर डिपेंड करता है। अब तो सरकार को क्या करना है। हमने अपना स्टैंड क्लियर कर दिया है, हमने बहुत साफ कर दिया है कि उम्मीद क्या लग रहा है सर? और हमें तो ज्यादा उम्मीद नहीं है। जब सरकार बयान दे रही है चारों तरफ से, हमको ज्यादा होप नहीं है इस तरह की कि कोई बात मानने वाली बात होगी, लेकिन फिर भी हम उम्मीद तो होनी चाहिए। देखो जी ਅੱਜ ਨਵੀਂ ਗੱਲ ਇਹ ਹੈ ਗੱਲਬਾਤ ਦੇ ਵਿੱਚ, ਅੱਜ 22 ਦਿਨਾਂ ਬਾਅਦ ਗੱਲਬਾਤ ਹੋ ਰਹੀ ਹੈ 8 ਦਸੰਬਰ ਤੋਂ ਬਾਅਦ 30 ਦਸੰਬਰ ਨੂੰ। ਇਹਦੇ ਵਿੱਚ ਇਹ ਨਵੀਂ ਗੱਲ ਇਹ ਹੈ ਵੀ ਜੋ ਅਸੀਂ ਏਜੰਡਾ ਤੈਅ ਕਰਕੇ ਦਿੱਤਾ ਸਰਕਾਰ ਨੂੰ ਵੀ ਇਹ ਕਾਨੂੰਨਾਂ ਨੂੰ ਰੱਦ ਕਰਨ ਦਾ ਪ੍ਰਕਿਰਿਆ ਕੀ ਹੋਵੇ, ਸਮਾਂ ਸੀਮਾ ਕੀ ਹੋਵੇ, ਤਰੀਕਾਕਾਰ ਮੈਥਡ ਕੀ ਹੋਵੇ, ਉਹ ਸਾਡੇ ਵਾਲੇ ਏਜੰਡੇ ਤੇ ਗੱਲਬਾਤ ਹੋ ਰਹੀ ਹੈ। ਇਸ ਲਈ ਸਾਨੂੰ ਪਹਿਲਾਂ वाली ਗੱਲਬਾਤ ਦੇ ਮੁਕਾਬਲੇ ਸਾਨੂੰ ਲੱਗਦਾ ਵੀ ਇਹਦੇ ਵਿੱਚ ਜ਼ਰੂਰ ਕੁਝ ਨਾ ਕੁਝ ਪੋਜ਼ਿਟਿਵ ਹੋਵੇਗਾ। देखिए हमारा जो हम पॉजिटिव हैं, बिल्कुल हमको आशा है, हम आशावादी हैं। सरकार को ये सभी कानून रद्द करने चाहिए, रद्द करवा के वापस जाएंगे। ये हमारा तो पूरे भरोसा है सरकार पर, क्योंकि ये लोकतंत्र है और सरकार ही फैसला लेती है, लेकिन सरकार जनभावना के विपरीत फैसला नहीं ले सकती। इंदिरा गांधी के समय में भी जो आज सरकार में बैठे हुए लोग हैं, इन्होंने विरोध किया था, संसद में कानून बना था जो जनभावना के विपरीत था और उसके खिलाफ देश में आंदोलन हुआ। आज भी संसद में कानून बना है। मुझे लगता है शास्त्री जी की तरह उनको हिंदुस्तान के किसानों पर भरोसा करना चाहिए। हिंदुस्तान के किसान आज सड़कों पर हैं, पूरा हिंदुस्तान खड़ा है और आज किसान अन्नदाता जो भगवान भी है, मुझे लगता है कि सरकार को बात मानकर
एमएसपी की गारंटी का कानून जो उसका वाजिब सवाल है, क्योंकि जो गांव में आएगा वो महंगा और जो गांव से जाएगा वो सस्ता कैसे चले। देखिए, हम तो सोचते हैं कि सरकार अपना एटीट्यूड चेंज करे, पॉजिटिव एटीट्यूड के साथ आए। सरकार ने विदाउट एनी डिस्कशन, डिबेट, कंसल्टेशन विद द फार्मर्स ऑर्गेनाइजेशन एंड द एग्रीकल्चर एक्सपर्ट ये बिल लाए हैं, बल्कि ये ऑर्डिनेंस बिल और फिर कानून बनाए हैं। हमारा ये है कि जब सरकार मानती है ये बात कि हाँ हमने डिस्कशन नहीं कर पाए उस समय, सरकार एक दूसरा ये है कि सरकार को हम बोल रहे हैं बार बार, लीगल एक्सपर्ट भी बोल रहे हैं कि ये एग्रीकल्चर कानून जो है सेंट्रल सरकार बना नहीं सकती और सरकार को ट्रेड एंड कॉमर्स में बना सकती है। फूड स्टफ और फूड ग्रेन दोनों अलग अलग चीज़ है। फूड ग्रेन की मार्केटिंग होती है, फूड स्टफ का ट्रेड एंड कॉमर्स होता है। तो फूड ग्रेन की मार्केटिंग में एंटर करके सरकार जो बनाना चाहती है ये एक्चुअल में स्टेट्स का राइट है, स्टेट लिस्ट का है। दूसरा ये है कि जो बन गया है वो बनने वाली चीज़ भी हमारी आपत्ति ये है कि जिस मेथड से बना और जो बना, ये बनाने के लिए सरकार ने किसी को कंसल्ट नहीं किया, ये तो एक बात है, लेकिन जो बना उसमें भी हमारा ये है कि एपीएमसी मंडी जो प्राइवेट मंडी खा जाएगी, ठेका खेती में भी बड़े बड़े जो क्लस्टर फार्मिंग के जरिए कॉरपोरेट्स जो आएंगे धीरे धीरे पूरे एग्रीकल्चर पर अपना वो कर लेंगे, प्रभुत्व बना लेंगे, अपना मोनोपोली कर लेंगे। तो ये दो तीन चीज़ों को लेकर हम सरकार को बल्कि आपत्ति कर रहे हैं कि सरकार पॉजिटिवली आए, सरकार इन तीनों कानूनों को निरस्त। अभी एसेंशियल कमोडिटी एक्ट है, एसेंशियल कमोडिटी एक्ट तो सब गरीबों के लिए फूड स्टफ चाहिए, वो जो बड़े बड़े इसमें होर्डिंग करेंगे और फिर सस्ती खरीद के महंगी बेचेंगे, पूरी मार्केट को कंट्रोल करेंगे, वो कहाँ तक ठीक है? लोगों को पीडीएस में खुराक देनी है। तो ये तमाम चीज़ें जो हैं अगर प्राइवेट मंडियां बन जाएंगी तो इसमें ये पीडीएस भी चला जाएगा, ये ज़मीन और ये बल्कि खेती जो है इसके लिए बड़ा खतरा है। इसलिए हम सोचते हैं सरकार को ये निरस्त करना चाहिए। देखो, चीज़ें जो है ना ऐसे लीनियर मोशन में नहीं चलती। हम आए थे, हम लंबे समय से संघर्ष कर रहे थे और ये सब लोग जानते हैं कि सेंट्रल सरकार जो है ये भी एक, इसका भी अपना एक वो है कि नहीं यार ये तो किसानों के लिए हमने अच्छे कानून बनाए। उसको ये एटीट्यूड बनना होगा। अगर किसान ही ये कहते हैं कि ये कानून ठीक नहीं है तो किसके लिए हम रख दें वो कि नहीं हम इनको वापस लेते हैं। इसलिए 7वें दौर का राउंड हो, बात हो या 8वें का हो या 10वें का हो, ये बात इमटेरियल है। बात यह है कि बात से निकलता क्या है, संघर्ष से निकलता क्या है। ये संगठन देश के इतिहास में 47 के बाद दिस इज द फर्स्ट टाइम एक फार्मर्स का स्ट्रगल जो है देशव्यापी स्ट्रगल बन के पूरे देश के एक केंद्र की सरकार के लिए भी और देश के हिस्ट्री में एक अपने आप में मील पत्थर की तरह ये बन रहा है। तो ये इशू अगर इतना सचमुच में सेंसिटिव इशू भी है, देश के किसानों का है, देश के अन्नदातों का है, जीवनदातों का इशू है। देखिए, हम तो सोचते हैं कि सरकार अपना एटीट्यूड चेंज करे, पॉजिटिव एटीट्यूड के साथ। ਤਾਂ ਕਿਸਾਨਾਂ ਨੇ ਉਮੀਦ ਜ਼ਰੂਰ ਜ਼ਾਹਿਰ ਕੀਤੀ ਹੈ ਔਰ ਕਿਸਾਨ ਸਪਸ਼ਟ ਤੌਰ ਤੇ ਕਹਿ ਰਹੇ ਨੇ ਕਿ ਜੋ ਕੁਝ ਵੀ